किया जी इन्हों की हार्ट सर्जरी होनी है, तो वो रिकमेंडेशन लेके वो CGHS को ले, उन्होंने रिकमेंड करता जी करा लो, पैसे असी देवांगे। इलाज चल रहा सी ते ऑपरेशन के दौरान उन्हों की मौत हो गई ऑपरेशन टेबल ते ही। बॉडी रिलीज़ करने का मामला आया कि भाई जब डेथ ही हो गई और पैसे CGHS ने देने, बंदे ने या उन्होंने बच्चे ने नहीं देने। मैडिसन महंगी लगानी पई जिहड़ी CGHS अलाउ नहीं करता, उस तो ज़्यादा लगानी पई, तो तुहानू अपना पेशेंट शेयर कह के उन्होंने कम 58,000 रुपये और मंगे। टोटल बिल 2 लाख का बनाया। तो बंदे ने कैशलैस ट्रीटमेंट सीगा साडा, लैने भी है जिन्ने भी लैने तुसीं उत्थों लो, लेकिन वो नहीं मन्ने। ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਵੱਡੇ ਵੱਡੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਚੱਲਦੇ ਮਰੀਜ਼ ਦੇ ਇਲਾਜ ਦੌਰਾਨ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦੀ ਬੋਡੀ ਦੇਣ ਦੇ ਪਿੱਛੇ ਹਸਪਤਾਲ ਸਟੈਂਡ ਲੈ ਜਾਂਦਾ ਕਿ ਸਾਡੇ ਪਹਿਲਾਂ ਪੈਸੇ ਦਿਓ ਤਾਂ ਤੁਹਾਨੂੰ ਡੈੱਡ ਬੋਡੀ ਦਿੱਤੀ ਜਾਵੇਗੀ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ। ਐਡਵੋਕੇਟ ਪੰਕਜ ਸਾਡੇ ਨਾਲ ਨੇ, ਕਿਉਂਕਿ ਮੋਹਾਲੀ ਦੇ ਫੋਰਟਿਸ ਹਸਪਤਾਲ ਨੂੰ 4 ਲੱਖ ਰੁਪਇਆ ਜੁਰਮਾਨਾ ਹੋਇਆ ਹੈ। ਪੰਕਜ ਜੀ ਸਾਡੇ ਨਾਲ ਨੇ। ਵਕੀਲ ਸਾਹਿਬ, ਕੀ ਹੈ ਸਾਰਾ ਮਾਮਲਾ, ਕਦੋਂ ਦਾ ਇਹ ਕੇਸ ਹੈ, ਕਿਹੜੇ ਮਰੀਜ਼ ਸੀਗੇ ਤੇ ਕਦੋਂ ਐਡਮਿਟ ਹੋਏ ਸੀਗੇ ਤੇ ਕਿਸ ਕਾਰਨਾਂ ਕਰਕੇ ਉਹਨਾਂ ਨੂੰ ਜਿਹੜਾ ਫੋਰਟਿਸ ਨੂੰ 4 ਲੱਖ ਰੁਪਏ ਜੁਰਮਾਨਾ ਹੋਇਆ? ਇਹ ਤੇ ਸੈਂਟਰਲ ਗਵਰਨਮੈਂਟ ਇੰਪਲੋਈ ਸੀਗੇ ਰਿਟਾਇਰਡ ਸੂਰਤ ਸਿੰਘ ਜੀ। ਇਹਨਾਂ ਨੂੰ ਦਸੰਬਰ 'ਚ ਪ੍ਰੋਬਲਮ ਆਈ ਹਾਰਟ ਦੀ, तो चैकअप कराने गए। ये सेंट्रल गवर्नमेंट हैल्थ स्कीम नाल कवर्ड सीगे। तो ਉਹਦੇ ਵਿੱਚ ਇਹ ਹੁੰਦਾ ਹੈ ਕਿ ਜਿਹੜਾ ਵੀ EMPLOYE ਰਿਟਾਇਰਡ ਹੁੰਦਾ ਹੈ, ਜਿਹਦੇ ਕੋਲ CGHS ਕਾਰਡ ਹੁੰਦਾ ਹੈ, ਉਹਦਾ ਇਲਾਜ ਮੁਫਤ ਹੋਏਗਾ ਸਾਰਾ ਜਾ ਕੇ, ਤੇ ਗਵਰਨਮੈਂਟ ਪੈਸੇ ਦੇਊਗੀ। तो उन्होंने फोर्टिस हॉस्पिटल चेक कराने गए, उन्होंने रिकमेंड किया जी इन्हों की हार्ट सर्जरी होनी है, तो वो रिकमेंडेशन लेके वो CGHS को ले, उन्होंने रिकमेंड करता जी करा लो, पैसे असी देवांगे। तो वो चले गए इलाज करान। एक गल हैगी 3 दिसंबर 2017 की, वो एडमिट होए थे, उस तो एक हफ्ता पहला इलाज चल रहा सी, ते ऑपरेशन के दौरान उन्हों की मौत हो गई ऑपरेशन टेबल ते ही 3 दिसंबर 2017 को। हाँ, तो फिर उन्हों की बॉडी रिलीज़ करने का मामला आया कि भाई जब डेथ ही हो गई और पैसे CGHS ने देने, बंदे ने या उन्होंने बच्चे ने नहीं देने, तो बॉडी रिलीज़ करने कोई खेचल नहीं सी। लेकिन उन्होंने बॉडी रिलीज़ नहीं की। वो कहते उन्होंने की किया कि कहते कि सानू मैडिसन महंगी लगानी पई जिहड़ी CGHS अलाउ नहीं करता, उस तो ज़्यादा लगानी पई। तो तुहानू अपना पेशेंट शेयर कह के उन्होंने कम 58,000 रुपये और मंगे। टोटल बिल 2 लाख का बनाया। वो कहते कि 1.5 लाख तो CGHS तो मिल जाऊगे, ਜਿਹੜਾ ਉਹਨਾਂ ਦੇ ਰੂਲ ਦੇ ਅੰਡਰ ਆਉਂਦਾ ਹੈ ਉਹਨਾਂ ਦੇ ਹਿਸਾਬ ਨਾਲ, ਤੇ 58,000 ਤੁਹਾਨੂੰ ਦੇਣੇ ਪੈਣੇ ਕੰਪਲੇਨੈਂਟ ਦੇ ਬੇਟੇ ਨੂੰ, ਜਿਹੜਾ ਡਿਸੀਜ਼ਡ ਹੋ ਗਏ, ਉਹਨਾਂ ਦੇ ਬੇਟੇ ਤੋਂ ਮੰਗੇ ਜਦ ਬੋਡੀ ਰਿਲੀਜ਼ ਕਰੂਗੇ। तो उन्होंने बेटे ने कहा कि साढ़े तो बंदे ने कैशलैस ट्रीटमेंट सीगा साडा, लैने भी है जिन्ने भी लैने तुसीं उत्थों लो, लेकिन वो नहीं मन्ने। तब मजबूरी नाल बेटे ने चैक देता 58,000 का। फिर ਵੈਸੇ ਤਾਂ ਹੁੰਦਾ ਵਕੀਲ ਸਾਹਿਬ ਵੀ ਜਿਵੇਂ CGS ਨੇ ਪੈਸੇ ਦੇਣੇ ਸੀਗੇ ਉਹਨਾਂ ਦੇ, ਪਰ ਕਿਸੇ ਵੀ ਗਵਰਨਮੈਂਟ ਇੰਪਲਾਈ ਦਾ ਟ੍ਰੀਟਮੈਂਟ ਹੋਣਾ ਹੋਵੇ, ਚਾਹੇ ਇਲਾਜ ਹੋਣਾ ਹੋਵੇ, ਪਰ ਇਦਾਂ ਤਾਂ ਕਦੇ ਨਹੀਂ ਹੁੰਦਾ ਵੀ ਅੱਧੇ ਪੈਸੇ ਉਹਨਾਂ ਨੂੰ ਦੇਣੇ ਪੈਣ। ਨਾ ਨਾ, ਕਦੇ ਨਹੀਂ, ਰੂਲ ਹੀ ਨਹੀਂ ਹੈ ਇਹ। ਬਾਅਦ ਚ ਸਾਬਿਤ ਵੀ ਹੋ ਗਿਆ, ਮੈਂ ਉਹੀ ਦੱਸ ਰਿਹਾ ਤੁਹਾਨੂੰ। ਮਤਲਬ ਸ਼ਰੇਆਮ ਫਿਰ ਆਪਾਂ ਕਹਿ ਸਕਦੇ ਹਾਂ ਫੋਰਟਿਸ ਹਸਪਤਾਲ ਦੀ ਗੁੰਡਾਗਰਦੀ ਪੈਸੇ ਕਮਾਉਣ ਦਾ ਜ਼ਰੀਆ ਹੈਗਾ ਜੀ, ਗਲਤ ਤਰੀਕੇ ਨਾਲ ਪੈਸੇ, ਕਿਉਂਕਿ ਬੰਦਾ ਮਜਬੂਰੀ 'ਚ ਹੈ, ਮਜਬੂਰੀ ਦਾ ਫਾਇਦਾ ਉਠਾਉਂਦੇ ਜੀ ਸਾਰੇ ਲੋਕ। ਤੇ ਕਾਰਪੋਰੇਟ ਹਸਪੀਟਲ ਹੋ ਗਏ ਜੀ ਅੱਜ ਕੱਲ੍ਹ, ਸੇਵਾ ਭਾਵ ਨਹੀਂ ਰਹਿ ਗਿਆ ਅੱਜ ਕੱਲ੍ਹ, ਪੈਸੇ ਕਮਾਉਣ ਦਾ ਰਹਿ ਗਿਆ ਹਸਪੀਟਲਾਂ ਨੂੰ ਵੀ। ਕਾਰਪੋਰੇਟ ਹੋ ਗਏ ਸਾਰੇ, ਉਹਨਾਂ ਦੇ ਟਾਰਗੇਟ ਫਿਕਸ ਹੁੰਦੇ ਜੀ, ਇੰਨੀ ਕਮਾਈ ਕਰੋਗੇ ਜਦ ਹੀ ਚੱਲੂਗਾ ਹਸਪੀਟਲ, ਨਹੀਂ ਤਾਂ ਚੱਲੂਗਾ ਨਹੀਂ। ਤਾਂ ਇਸ ਲਈ ਇਨਸਾਨੀਅਤ ਕਹਿ ਸਕਦੇ ਹਾਂ ਬਿਲਕੁਲ ਨਹੀਂ ਹੈਗੀ। ਇੱਕ ਪਾਸੇ ਨੇ ਆਪਣੇ ਆਰਡਰ 'ਚ ਬਹੁਤ ਤਗੜੇ ਕਮੈਂਟ ਕੀਤੇ ਨੇ ਕਿ ਇਹ ਇਨਹਿਊਮਨ ਹੈ, ਬਾਰਬੈਰਿਕ ਹੈ, ਬੋਡੀ ਨਹੀਂ ਰਿਲੀਜ਼ ਕਰਨਾ, ਫੰਡਾਮੈਂਟਲ ਰਾਈਟ ਦੀ ਵਾਇਲੇਸ਼ਨ ਤੱਕ ਕਹਿਤੀ ਕਨਸਟੀਟਿਊਸ਼ਨ ਦੀ। ਤਾਂ ਇਸ ਤੋਂ ਬਾਅਦ ਕੀ ਕਹਿ ਸਕਦੇ ਨੇ? ਤਾਂ ਇਹ ਔਰ ਸਿਰਫ ਫੋਰਟਿਸ ਹਸਪੀਟਲ ਨੂੰ ਨਹੀਂ ਕਿਹਾ, ਫੋਰਟਿਸ ਹਸਪੀਟਲ ਨੇ ਤਾਂ ਗਲਤੀ ਇਸ ਕੇਸ 'ਚ ਕੀਤੀ। ਜਨਰਲ ਆਰਡਰ ਪਾਸ ਹੋਇਆ ਹੈ ਕਿ ਕੋਈ ਵੀ ਹਸਪੀਟਲ ਪੂਰੇ ਦੇਸ਼ 'ਚ ਪੈਸੇ ਦੇ ਬਿਨਾਂ 'ਤੇ ਬੋਡੀ ਨਹੀਂ ਰੋਕ ਸਕਦਾ। ਅਤੇ ਇਹਦੇ ਇਸ ਕੇਸ 'ਚ ਸਿਰਫ ਇਹ ਨਹੀਂ ਸੀਗਾ ਕਿ ਪੈਸੇ ਦੇ ਬਿਨਾਂ 'ਤੇ ਰੋਕੀ, ਗਲਤ ਪੈਸਿਆਂ ਮੰਗਣ ਦੇ ਬਿਨਾਂ 'ਤੇ ਰੋਕ ਰਹੇ ਨੇ। ਅਤੇ ਉਹਦੇ ਬਾਅਦ ਵੀ ਜਦ ਗਲਤ ਪੈਸੇ ਮੰਗੇ, ਚੈੱਕ ਦਿੱਤਾ ਬੰਦੇ ਨੇ, ਚੈੱਕ ਤਾਂ ਬਾਊਂਸ ਹੋ ਗਿਆ ਕਿਉਂਕਿ ਪੈਸੇ ਦੇਣ ਦੇ ਨਹੀਂ ਸੀਗੇ, ਉਹਨਾਂ ਨੇ ਚੈੱਕ ਪੇਮੈਂਟ ਰੋਕਤੀ। ਉਹਦੇ ਬਾਅਦ ਫੋਰਟਿਸ ਹਸਪੀਟਲ ਚੈੱਕ ਬਾਊਂਸਿੰਗ ਦਾ ਕੇਸ ਕਰਦਾ ਬੰਦੇ ਦੇ ਖਿਲਾਫ, ਕ੍ਰਿਮੀਨਲ ਕੰਪਲੇਂਟ ਹੁੰਦੀ ਹੈ ਉਹ, ਉਹਦੇ ਵਿੱਚ ਬੇਲ ਲੈਣੀ ਪੈਂਦੀ ਹੈ। ਅਤੇ ਉਹਦੇ ਬਾਅਦ ਵੀ ਨਹੀਂ ਛੱਡਿਆ ਬੰਦੇ ਨੂੰ। ਦੇਖੋ ਜਦ ਪਰ ਉਹਨਾਂ ਨੂੰ ਪਤਾ ਲੱਗਿਆ ਜੀ ਗਲਤ ਲੈ ਰਹੇ ਅਸੀਂ ਪੈਸੇ, ਫਿਰ ਵੀ ਨਹੀਂ ਛੱਡਿਆ। ਅਤੇ ਹੈਰੈਸਮੈਂਟ, ਡਬਲ ਹੈਰੈਸਮੈਂਟ, ਅਤੇ ਫਿਰ ਇਸੀ ਲਈ ਮੁਆਵਜ਼ਾ बढ़ाया ਹੈਗਾ। ਇਹ ਕੇਸ ਪਹਿਲਾਂ ਡਿਸਟ੍ਰਿਕਟ ਕਮਿਸ਼ਨ 'ਚ ਗਿਆ ਸੀਗਾ, ਅਤੇ ਉੱਥੋਂ 1 ਲੱਖ ਰੁਪਏ ਦਾ ਮੁਆਵਜ਼ਾ ਮਿਲਿਆ ਸੀ। ਗਲਤ ਤੋਂ CGHS ਨੇ ਕਰਾਰ ਦਿੱਤਾ ਸੀ। ਪਹਿਲਾਂ ਕੀ ਹੋਇਆ, ਜਦ ਇਹਨਾਂ ਨੇ ਇੱਕ ਚੀਜ਼ ਕੀਤੀ, ਅਸੀਂ CGHS ਕੰਪਲੇਂਟ ਕੀਤੀ ਪਹਿਲਾਂ ਕਿ ਬਈ ਅਸੀਂ ਤੁਹਾਡੇ ਪੇਸ਼ੈਂਟ ਸੀਗੇ, ਤੁਸੀਂ ਰეკਮੈਂਡ ਕੀਤਾ ਸੀਗਾ, ਅਤੇ ਫਿਰ ਵੀ ਹਸਪੀਟਲ ਸਾਡੇ ਤੋਂ ਪੈਸੇ ਮੰਗ ਰਿਹਾ।
तो CGHS ਨੇ ਡਾਇਰੈਕਟਰ ਨੇ ਆਰਡਰ ਪਾਸ ਕੀਤਾ ਕਿ ਫੋਰਟਿਸ ਹਸਪੀਟਲ ਨੇ ਗਲਤ ਡਿਮਾਂਡ ਕੀਤੀ ਹੈ ਪੇਸ਼ੈਂਟ ਸ਼ੇਅਰ ਦੀ, ਰਿਟਨ ਆਰਡਰ ਹੈਗਾ, ਤੇ ਉਹਨਾਂ ਨੂੰ 58,000 ਰੁਪਏ ਵਾਪਸ ਕਰਨ ਨੂੰ ਕਿਹਾ, ਪਲੱਸ 50,000 ਰੁਪਏ ਪੈਨਲਟੀ ਲਾਈ ਫੋਰਟਿਸ ਹਸਪੀਟਲ ਤੇ। ਲੇਕਿਨ ਉਹ ਕੰਪਲੇਨੈਂਟ ਨੂੰ ਨਹੀਂ ਮਿਲੀ ਨਾ, ਉਹ ਉਹਨਾਂ ਦੇ ਰੂਲਸ ਦੀ ਵਾਇਲੇਸ਼ਨ CGHS ਦੇ ਕਾਰਨ ਉਹਨਾਂ ਨੂੰ ਹੀ ਮਿਲੀ। ਰੂਲ ਦੀ ਗਵਰਨਮੈਂਟ ਨੂੰ 50,000 ਪੈਨਲਟੀ ਦੀ ਫੋਰਟਿਸ, ਔਰ ਫੋਰਟਿਸ ਹਸਪੀਟਲ ਨੇ ਇਹ ਕਿੱਥੇ ਨਹੀਂ ਚੈਲੰਜ ਕੀਤਾ, ਤਾਂ ਮੰਨ ਗਏ ਆਪਣੀ ਗਲਤੀ, ਤੇ ਗਵਰਨਮੈਂਟ ਨੇ ਲਗਾਇਆ ਚਾਰਜ ਤੇ। ਤੇ ਉਹਦੇ ਬਾਅਦ ਅਸੀਂ ਕੰਜ਼ਿਊਮਰ ਕੰਪਲੇਂਟ ਪਾਈ ਕਿ ਬਈ ਸਾਬਿਤ ਹੋ ਗਈ ਗਲਤੀ ਉਹਨਾਂ ਦੀ, ਗਲਤ ਤਰੀਕੇ ਨਾਲ ਸਾਡੇ ਤੋਂ ਪੈਸਾ ਹੈਰੈਸਮੈਂਟ ਕੀਤੀ, ਤੇ 50,000 ਪੈਨਲਟੀ ਸਾਨੂੰ ਨਹੀਂ ਮਿਲੀ, ਤਾਂ ਸਾਨੂੰ ਕੰਪਨਸੇਸ਼ਨ ਮਿਲੀ ਨਹੀਂ, ਇਸ ਲਈ ਅਸੀਂ ਕੰਪਨਸੇਸ਼ਨ ਲੈਣ ਕੰਜ਼ਿਊਮਰ ਕੋਰਟ ਆਏ। ਤਾਂ ਇੱਥੇ ਡਿਸਟ੍ਰਿਕਟ ਕਮਿਸ਼ਨ ਨੇ ਲੱਖ ਰੁਪਏ ਦਿੱਤੇ ਆਪਾਂ ਨੂੰ, ਕਿਉਂਕਿ ਕੇਸ ਤਾਂ ਪ੍ਰੂਵਡ ਹੀ ਸੀਗਾ ਜਦ CGHS ਨੇ ਕਹਿ ਦਿੱਤਾ। ਹੁਣ ਲੱਖ ਰੁਪਏ ਘੱਟ ਸੀਗਾ ਜਿਹੜੀ ਹੈਰੈਸਮੈਂਟ ਹੋਈ ਉਸ ਹਿਸਾਬ ਨਾਲ, ਪਲੱਸ ਇੱਕ ਸਬਕ ਸਿਖਾਉਣਾ ਹੁੰਦਾ ਹੈ। ਸਾਨੂੰ ਪੈਸੇ ਘੱਟ ਮਿਲੇ ਚਲੋ ਕੋਈ ਗੱਲ ਨਹੀਂ, ਦੂਜੀ ਪਾਰਟੀ ਇੰਨੀ ਵੱਡੀ ਪਾਰਟੀ ਹੈ, ਉਹਨੂੰ ਲੱਖ ਰੁਪਏ ਨਾਲ ਕੀ ਫਰਕ ਪੈਣਾ ਹੈ। ਤਾਂ ਉਹਨਾਂ ਨੂੰ ਸਬਕ ਸਿਖਾਉਣ ਲਈ ਅਸੀਂ ਅਪੀਲ ਪਾਈ ਕਿ ਬਈ ਸਾਡਾ ਮੁਆਵਜ਼ਾ ਜ਼ਿਆਦਾ ਹੋਣਾ ਚਾਹੀਦਾ ਜਿਹੜਾ ਦੂਜੀ ਪਾਰਟੀ ਨੂੰ ਪਿੰਚ ਕਰੇ, ਤੇ ਇਸ ਲਈ ਸਟੇਟ ਕਮਿਸ਼ਨ ਅਪੀਲ ਕੀਤੀ। ਫੋਰਟਿਸ ਹਸਪੀਟਲ ਵੀ ਅਪੀਲ 'ਚ ਆਇਆ ਸੀਗਾ ਕਿ ਨੀਚੇ ਵਾਲਾ ਫੈਸਲਾ ਗਲਤ ਹੈ, ਉਹਨੂੰ ਰੱਦ ਕੀਤਾ ਜਾਏ, ਹੱਲੇ ਵੀ ਨਹੀਂ ਮੰਨ ਰਹੇ ਦੇਖੋ ਤੁਸੀਂ। ਤਾਂ ਦੋਨੋਂ ਅਪੀਲ, ਉਹਨਾਂ ਦੀ ਅਪੀਲ ਖਾਰਿਜ ਹੋਈ ਤੇ ਸਾਡੀ ਅਪੀਲ ਅਲਾਓ ਹੋਈ। 4 ਲੱਖ ਰੁਪਏ ਇਹ ਕਹਿ ਕੇ ਦਿੱਤੇ ਕਮਿਸ਼ਨ ਨੇ ਕਿ ਬਹੁਤ ਇਨਹਿਊਮਨ ਟਰੀਟਮੈਂਟ ਕੀਤਾ ਉਹਨਾਂ ਨੇ, ਬਾਰਬੈਰਿਕ ਟਾਰਚਰਸ ਕਮੈਂਟਸ ਬਹੁਤ ਤਗੜੇ ਨੇ। ਤੇ ਹਸਪੀਟਲ ਮੈਨੂੰ ਇਹ ਲੱਗਦਾ ਕਿ ਹੁਣੇ ਵੀ ਅਪੀਲ 'ਚ ਜਾਊਗੀ ਜੀ, ਨੈਸ਼ਨਲ ਕਮਿਸ਼ਨ ਹੁੰਦੀ ਹੈ ਸਟੇਟ ਕਮਿਸ਼ਨ ਬਾਅਦ ਰੋਕਣ ਲਈ, ਕਿਉਂਕਿ ਉਹਨਾਂ ਦੇ ਲਈ ਇਹ ਹੈਗਾ ਕਿ ਬਈ ਪੈਸਿਆਂ ਦੀ ਗੱਲ ਨਹੀਂ ਹੈ, ਉਹਨਾਂ ਦੇ ਲਈ ਇੱਕ ਬਹੁਤ ਵੱਡਾ ਧੱਕਾ ਹੈ, ਤੇ ਅੱਗੇ ਲਈ ਉਹਨਾਂ ਦੀ ਕਮਾਈ ਦਾ ਜ਼ਰੀਆ ਰੁਕਦਾ ਹੈ। ਉਹ ਵੀ ਇੱਕ ਗਵਰਨਮੈਂਟ EMPLOYE ਦੇ ਨਾਲ ਅਜਿਹੀ ਘਟਨਾ ਵਾਪਰ। ਬਿਲਕੁਲ ਬਿਲਕੁਲ, ਔਰ ਸਪੋਜ਼ ਇਹ ਫੈਸਲਾ ਬਣਿਆ ਰਹਿੰਦਾ ਹੈ ਤਾਂ ਅੱਗੇ ਉਹ ਇਹੋ ਜਿਹੀ ਚੀਜ਼ ਨਹੀਂ ਕਰ ਸਕਦੇ ਜਿਹੜੀ ਗਲਤ ਚੀਜ਼ ਇਹਦੇ ਵਿੱਚ ਕੀਤੀ, ਕਿਉਂਕਿ ਕੰਟੈਂਪਟ ਆਫ ਕੋਰਟ ਔਰ ਐਡੀਸ਼ਨਲ ਹੋ ਜਾਏਗੀ। ਅਪਾਰਟ ਫਰੋਮ ਗਲਤ ਕਰਨਾ ਕੰਟੈਂਪਟ ਹੋ ਜਾਏਗੀ ਕੋਰਟ ਦੀ, ਕਿਉਂਕਿ ਕੋਰਟ ਨੇ ਜਨਰਲ ਆਰਡਰ ਪਾਸ ਕੀਤਾ ਹੈ। ਯੂ ਕੈਨ ਨਾਟ ਹੋਲਡ ਐਨੀ, ਬੋਡੀ ਦੀ ਗੱਲ ਨਹੀਂ ਹੈ, ਪੇਸ਼ੈਂਟ ਵੀ ਨਹੀਂ, ਜਿੰਦਾ ਪੇਸ਼ੈਂਟ ਨੂੰ ਵੀ ਨਹੀਂ ਰੋਕ ਸਕਦੇ ਬਿਲ ਪੇਮੈਂਟ ਦੇ ਕਾਰਨ, ਕਿਉਂਕਿ ਹਿਊਮਨ ਰਾਈਟਸ ਦੇ ਅਗੇਂਸਟ ਹੈਗਾ ये। ਤੁਸੀਂ कोर्ट ने ये कहा है कि यू हैव अदर मीन्स टू रिकवर, अगर आपके ड्यू बनते भी हैं आप रिकवरी करो ना दूसरे तरीके से। ऐसे आप किसी को कन्फाइनमेंट में, तो जेल करना हो गया, कन्फाइनमेंट में रख के ज़बरदस्ती पैसे नहीं ले सकते। ਇੱਦਾਂ ਤਾਂ ਚਲੋ ਕਲਾਇੰਟ ਸੀਗੇ ਤੁਹਾਡੇ ਕੋਲ ਜਾਂ ਗਵਰਨਮੈਂਟ EMPLOYE ਸੀਗੇ ਜਿਨ੍ਹਾਂ ਨਾਲ ਇਹ ਘਟਨਾ ਵਾਪਰੀ, ਪਰ ਇੱਦਾਂ ਤਾਂ ਸਰਕਾਰੀ ਪ੍ਰਾਈਵੇਟ ਹਸਪੀਟਲ ਦਾ ਰੋਜ਼ ਗੁੰਡਾਗਰਦੀ ਦੇਖਣ ਨੂੰ ਮਿਲਦੀ ਹੈ। ਜੇ ਕੋਈ ਨਹੀਂ ਪੇਸ਼ੈਂਟ ਪੈਸੇ ਦੇ ਰਿਹਾ ਉਹਨੂੰ ਡਿਸਚਾਰਜ ਨਹੀਂ ਕਰਦੇ ਜਾਂ ਡੈੱਡ ਬੋਡੀ ਰੱਖਦੇ ਨੇ, ਕਿ ਮਤਲਬ ਲੋਕਾਂ ਨੂੰ ਵੀ ਸੁਚੇਤ ਹੋਣ ਦੀ ਕਿਤੇ ਨਾ ਕਿਤੇ ਲੋੜ ਹੈ। ਬਿਲਕੁਲ ਬਿਲकुल, ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ, ਲੇਕਿਨ ਕੀ ਹੁੰਦਾ ਜੀ, ਇਨਸਾਨ ਹੈਗੇ, ਉਸ ਟਾਈਮ ਪਰੇਸ਼ਾਨ ਹੈਗੇ, ਤਾਂ ਜੋ ਕਹਿੰਦੇ ਨੇ ਉਹ ਕਰੀ ਜਾਂਦੇ ਨੇ। ਉਸ ਟਾਈਮ ਹੁੰਦਾ ਕਿ ਬਈ ਰਿਲੇਸ਼ਨ ਹੈ, ਜਾਂ ਬਾਪ ਹੁੰਦੇ, ਜਾਂ ਮਾਂ ਹੁੰਦੀ ਹੈ, ਕੋਈ ਰਿਲੇਸ਼ਨ ਹੁੰਦਾ ਹੈ, ਆਪਾਂ ਨੂੰ ਲੱਗਦਾ ਕਿ ਆਪਾਂ ਪੈਸੇ ਮਨਾ ਕਰਨਗੇ, ਉਹ ਡਾਕਟਰ ਉਹਨਾਂ ਨੂੰ ਤੰਗ ਕਰੂਗੇ, ਇਲਾਜ ਠੀਕ ਤੋਂ ਨਹੀਂ ਕਰੋਗੇ, ਤਾਂ ਉਸ ਸਮੇਂ ਆਪਾਂ ਪ੍ਰੋਟੈਸਟ ਕਰ ਹੀ ਨਹੀਂ ਸਕਦੇ ਜੀ। ਔਰ ਇसी ਚੀਜ਼ ਦਾ ਫਾਇਦਾ ਹਸਪੀਟਲ ਉਠਾਉਂਦੇ ਹੈ ਕਿ ਬੰਦਾ ਫਸਿਆ ਹੋਇਆ ਹੈ, ਜੋ ਮੰਗੋਗੇ ਕੱਢੋਗੇ। ਇੱਕ ਦੂਜੀ ਗੱਲ, ਇਸ ਕੇਸ ਨੂੰ ਅਲੱਗ ਛੱਡ ਦਿਓ 1 ਮਿੰਟ ਲਈ, ਆਪਰੇਸ਼ਨ ਥੀਏਟਰ 'ਚ ਲੈ ਗਏ ਨੇ ਜਾਂ ICU 'ਚ ਹੈਗਾ, ਕੀ ਦਵਾਈਆਂ ਲਗਾਈ ਕੀ ਨਹੀਂ ਲਗਾਈ ਸਾਨੂੰ ਤਾਂ ਪਤਾ ਹੀ ਨਹੀਂ, ਉਹ ਬਿੱਲ 'ਚ ਐਡ ਕਰ ਦੋਗੇ ਜੀ 10 ਦਵਾਈਆਂ, ਲੱਗੀ ਨਹੀਂ ਲੱਗੀ ਇਹ ਵੀ ਨਹੀਂ ਪਤਾ ਹੁੰਦਾ। ਬਹੁਤ ਕੇਸ ਇਹੋ ਜਿਹੇ ਵੀ ਹੈ ਜਿਹੜੇ ਆਉਂਦੇ, ਲੇਕਿਨ ਉਹਦੇ ਵਿੱਚ ਪ੍ਰੂਵ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਬਈ ਲੱਗੀ ਨਹੀਂ ਲੱਗੀ, ਉਹ ਡਾਕਟਰ ਨੇ ਕਹਿ ਦਿੱਤਾ ਲੱਗੀ ਹੈ ਤਾਂ ਲੱਗੀ ਹੈ, ਉਹ ਪ੍ਰਜੰਪਸ਼ਨ ਉਹਨਾਂ ਦੇ ਫੇਵਰ ਦੀ ਹੈ, ਅਸੀਂ ਤਾਂ ਹੈਗੇ ਹੀ ਨਹੀਂ ਉੱਥੇ। ਤਾਂ ਉਹ ਬਹੁਤ ਚੀਜ਼ਾਂ ਅਨਫੇਅਰ ਹੁੰਦੀ ਹੈ, ਬਹੁਤ ਚੀਜ਼ਾਂ ਪ੍ਰੂਵ ਨਹੀਂ ਕਰ ਪਾਉਂਦੇ, ਧੀਰੇ ਧੀਰੇ ਠੀਕ ਹੋਏਗਾ। ਹੁਣ ਜਿਹੜਾ ਇਹ ਆਰਡਰ ਹੋਇਆ ਇਹਦੇ ਵਿੱਚ ਕਲੀਅਰ ਕੀ ਕਿਹਾ, ਮਤਲਬ ਜਿੰਨੇ ਵੀ ਪ੍ਰਾਈਵੇਟ ਹਸਪੀਟਲ ਹੈ, ਕੋਈ ਵੀ ਕਿਸੇ ਵੀ ਤਰੀਕਾ ਕੋਈ ਵੀ ਬੰਦਾ ਡਿਸਚਾਰਜ ਹੋਣਾ ਚਾਹੇ ਉਸ ਕੋਲ ਨਹੀਂ ਪੈਸੇ, ਹਸਪੀਟਲ ਨੂੰ ਡਿਸਚਾਰਜ ਕਰੇ। ਯੈਸ ਇਹਦੇ ਵਿੱਚ ਸਾਫ਼ ਜਨਰਲ ਡਾਇਰੈਕਸ਼ਨ, ਨਾਰਮਲੀ ਕੰਜ਼ਿਊਮਰ ਕੋਰਟ 'ਚ ਜਨਰਲ ਡਾਇਰੈਕਸ਼ਨ ਨਹੀਂ ਪਾਸ ਹੁੰਦੀ, ਕਿਉਂਕਿ ਕੇਸ 2 ਬੰਦਿਆਂ ਦੇ ਵਿੱਚ ਹੁੰਦਾ ਨਾ। ਕੰਜ਼ਿਊਮਰ ਕੋਰਟ ਹਾਈ ਕੋਰਟ ਵਰਗੀ ਨਹੀਂ ਹੈ ਕਿ ਕਨਸਟੀਟਿਊਸ਼ਨ ਪਾਸ ਕਰ ਸਕੇ, ਲੇਕਿਨ ਇਸ ਕੇਸ 'ਚ ਸੰਗਿਆਨ ਲਿੱਤੀ ਹੈ ਇਹਨਾਂ ਨੇ, ਕਨਸਟੀਟਿਊਸ਼ਨ ਦੀ ਫੰਡਾਮੈਂਟਲ ਰਾਈਟ 21 ਦਾ ਵਾਇਲੇਸ਼ਨ ਕਿਹਾ, ਤੇ ਇਹ ਨਹੀਂ ਕਿਹਾ ਕਿ ਫੋਰਟਿਸ ਹਸਪੀਟਲ ਨਹੀਂ ਰੋਕ ਸਕਦਾ, ਇਹ ਕਿਹਾ ਕਿ ਹਸਪੀਟਲਸ ਕੈਨ ਨਾਟ ਰਿਟੇਨ ਦੀ ਬੋਡੀ ਔਰ ਪੇਸ਼ੈਂਟ ਔਨ ਦੀ ਪ੍ਰੋਟੈਕਸਟ ਆਫ ਟੇਕਿੰਗ ਮਨੀ। ਇਹ ਸਾਫ਼ ਤੌਰ ਤੇ ਗਿਆ ਹੈ। ਤਾਂ ਜਿੰਦਾ ਬੰਦਾ ਵੀ ਜਿੱਦਾਂ ਤੁਹਾਡਾ ਇਲਾਜ ਕਰਕੇ ਤੁਸੀਂ ਨਿਕਲਣਾ ਚਾਹੁੰਦੇ ਹੋ, ਤੁਹਾਨੂੰ ਵੀ ਪੈਸੇ ਦੇ ਕਾਰਨ ਨਹੀਂ ਰੋਕ ਸਕਦੇ, ਚਾਹੇ ਡਿਊ ਵੀ ਬੰਦੇ ਹੋਏ 1 ਮਿੰਟ ਲਈ। ਇਸ ਕੇਸ 'ਚ ਤਾਂ ਡਿਊ ਹੀ ਨਹੀਂ ਬੰਦੇ ਸੀਗੇ, ਇਸ ਲਈ ਹਰਜਾਨਾ ਲੱਗ ਰਿਹਾ ਜ਼ਿਆਦਾ, ਲੇਕਿਨ ਤੁਹਾਡੇ ਡਿਊ ਬਣ ਸਕਦੇ ਹੈ, ਲੇਕਿਨ ਤੁਹਾਡੇ ਕੋਲ ਨਹੀਂ ਹੈ ਉਸ ਟਾਈਮ, ਤਾਂ ਕੀ ਹੋ ਗਿਆ। ਵੈਸੇ ਕਿੰਨਾ ਕੁ ਸਮਾਂ ਲੱਗ ਗਿਆ, ਮਤਲਬ 2017 ਦੀ ਗੱਲ ਹੈ, 4-5 ਸਾਲ ਲੱਗ ਹੀ ਗਏ ਕੇਸ ਨੂੰ। ਹਾਂ ਦੇਖੋ, ਕੇਸ 'ਚ ਕਾਰਵਾਈ ਕਰਨ 'ਚ ਟਾਈਮ ਲੱਗ ਜਾਂਦਾ, ਕਿਉਂਕਿ ਪਹਿਲਾਂ ਡਿਸਟ੍ਰਿਕਟ ਕਮਿਸ਼ਨ 'ਚ ਗਿਆ। ਹੁਣ 2017 ਦਾ ਮਾਮਲਾ ਜ਼ਰੂਰ ਹੈ, ਲੇਕਿਨ ਬੰਦਾ ਜਦ ਰਿਕਵਰ ਕਰਦਾ ਹੈ, ਸੈਂਸ ਆਉਂਦੀ ਹੈ, ਡਿਸਕਸ ਕਰਦਾ ਹੈ। ਕੇਸ ਫਾਈਲ ਹੋਇਆ 2019 ਵਿੱਚ, ਹਾਂ, ਤਾਂ 2019 ਦਾ ਫੈਸਲਾ ਆਇਆ 2021 'ਚ ਡਿਸਟ੍ਰਿਕਟ ਕਮਿਸ਼ਨ ਦਾ, ਫਿਰ ਅਪੀਲ ਹੋ ਗਈ, ਤਾਂ ਅਪੀਲ ਦਾ ਫੈਸਲਾ ਹੁਣ 1 ਸਾਲ ਬਾਅਦ ਫਿਰ ਆਇਆ, ਤਾਂ ਇਹ ਲੀਗਲ 'ਚ ਟਾਈਮ ਤਾਂ ਜ਼ਰੂਰ ਲੱਗ ਜਾਂਦਾ ਜੀ। ਆਖਰੀ ਸਵਾਲ ਹੈ, ਜਦੋਂ ਉਹਨਾਂ ਦੀ ਉੱਥੇ ਡੈਥ ਹੋ ਚੁੱਕੀ ਸੀਗੀ ਤਾਂ ਉਸ ਤੋਂ ਕਿੰਨਾ ਟਾਈਮ ਉਹਨਾਂ ਨੇ ਹਸਪੀਟਲ ਦੇ ਵਿੱਚ ਰੱਖਿਆ ਸੀ? ਦੇਖੋ, ਟਾਈਮ ਤਾਂ 5 ਘੰਟੇ ਰਿਟੇਨ ਕੀਤਾ, ਕਿਉਂਕਿ ਬੰਦੇ ਨੇ ਚੈੱਕ ਪੇਮੈਂਟ ਦੇਤੀ ਜਲਦੀ, ਉਹਨੂੰ ਜਲਦੀ ਸੀਗੀ। ਸਪੋਜ਼ ਉਹ ਨਹੀਂ ਦਿੰਦਾ ਤਾਂ ਉਹ ਆ ਰਿਟੇਨ ਕਰਦੇ, ਲੇਕਿਨ
ਫੋਰਟਿਸ ਹਸਪੀਟਲ ਨੇ ਜਵਾਬ 'ਚ ਇਹ ਕਿਹਾ ਕਿ ਅਸੀਂ ਨਹੀਂ ਰੋਕੀ ਬੋਡੀ, ਅਸੀਂ ਤਾਂ ਪੈਸੇ ਦੇ ਕਾਰਨ ਨਹੀਂ ਰੋਕੀ, ਉਹ ਤਾਂ ਨਾਰਮਲ ਟਾਈਮ ਲੱਗਦਾ ਹੈ। ਲੇਕਿਨ ਜੱਜ ਸਾਹਿਬ ਨੇ ਪੂਰੀ ਫਾਈਲ ਮੰਗਾਈ ਕਿ ਤੁਸੀਂ ਆਪਣੀ ਪੇਸ਼ੈਂਟ ਫਾਈਲ ਲੈ ਕੇ ਆਓ। ਉਹਦੇ ਵਿੱਚ ਹੁਣ ਐਂਟਰੀ ਸੀਗੀ ਕਿ ਬਈ ਸਪੋਜ਼ 3 ਵਜੇ 3 ਤਾਰੀਖ ਨੂੰ 3 ਵਜੇ ਸਵੇਰੇ ਡੈਥ ਹੋਈ ਹੈ, ਤੇ ਉਹਦੇ ਬਾਅਦ ਮੋਰਚਰੀ 'ਚ ਲੈ ਗਏ ਬੋਡੀ। ਨਾਰਮਲੀ ਅਗਰ ਅਟੈਂਡੈਂਟ ਪ੍ਰੈਜ਼ੈਂਟ ਹੈਗਾ ਤਾਂ ਡੈਥ ਹੋ ਗਈ ਤਾਂ ਉੱਥੇ ਹੀ ਹੈਂਡਓਵਰ ਕਰ ਦੂਗੇ, ਮੋਰਚਰੀ 'ਚ ਕਿਉਂ ਲੈ ਜਾਣਾ ਹੈ? ਮੋਰਚਰੀ 'ਚ ਤਾਂ ਜਦ ਲੱਗਦਾ ਜਦ ਕ੍ਰਿਮੀਨਲ ਕੇਸ ਹੋਏ ਜਾਂ ਕੁਝ ਬੋਡੀ ਦਾ ਪੋਸਟਮਾਰਟਮ ਕਰਨਾ ਹੋਏ ਜਾਂ ਕੁਝ ਕਰਨਾ ਹੋਏ, ਇੱਥੇ ਤਾਂ ਕੁਝ ਵੀ ਨਹੀਂ ਕਰਨਾ ਸੀ। ਤੇ ਮੋਰਚਰੀ 'ਚ ਲੈ ਜਾਣਾ ਹੀ ਇਹ ਸਾਬਿਤ ਕਰਦਾ ਹੈ ਕਿ ਉਹਨਾਂ ਨੇ ਰਿਟੇਨ ਕੀਤੀ ਸੀ। तो जज साहब ने ये भी कमेंट किया है कि उन्होंने क्योंकि ये स्टैंड लिता असी तो रोकी नहीं, 4-5 घंटे तो नॉर्मल लग जाते हैं। तो झूठ ते झूठ कोशिश की बचन दी, लेकिन झूठ पकड़िया जाता है। ਕਹਿੰਦੇ ਆ ਵੀ ਕੋਰਟ ਦੇ ਵਿੱਚ ਦੇਰ ਤਾਂ ਲੱਗਦੀ ਹੈ ਪਰ ਸਫਲਤਾ सही, हाँ बिल्कुल बिल्कुल, सच्चाई हमेशा जीतती है। ਸੋ ਬਿਲਕੁਲ ਅਗਰ ਤੁਸੀਂ ਵੀ ਹੁਣ ਅੱਗੇ ਤੋਂ ਇਹ ਗੱਲ ਦਾ ਜ਼ਰੂਰ ਖਿਆਲ ਰੱਖਿਓ, ਕਿਉਂਕਿ ਪ੍ਰਾਈਵੇਟ ਹਸਪਤਾਲ ਵਾਲੇ ਚਲੋ ਕਿਤੇ ਨਾ ਕਿਤੇ ਡਾਕਟਰ ਨੂੰ ਰੱਬ ਦਾ ਰੂਪ ਤਾਂ ਦਿੱਤਾ ਜਾਂਦਾ ਆ, ਡਾਕਟਰ ਰੱਬ ਹੈ ਜਿਹੜਾ ਕਿ ਮਰੀਜ਼ ਨੂੰ ਮਰਦੇ ਹੋਏ ਨੂੰ ਬਚਾ ਲੈਂਦਾ ਆ, ਪਰ ਕਿਤੇ ਨਾ ਕਿਤੇ ਪ੍ਰਾਈਵੇਟ ਹਸਪਤਾਲਾਂ ਵਾਲਿਆਂ ਦੀ ਗੁੰਡਾਗਰਦੀ ਵੀ ਦੇਖਣ ਨੂੰ ਮਿਲਦੀ ਹੈ। ਜਿਵੇਂ ਕਿ ਅਜਿਹਾ ਕੇਸ ਸਾਹਮਣੇ ਆਇਆ। ਹੁਣ ਅਗਰ ਕਿਤੇ ਵੀ ਤੁਹਾਡੇ ਕੋਲ ਹਸਪੀਟਲ ਦੇ ਵਿੱਚ ਤੁਸੀਂ ਡਿਸਚਾਰਜ ਹੋਣਾ, ਤੁਹਾਡੇ ਕੋਲ ਪੈਸੇ ਨਹੀਂ ਹੈ ਤਾਂ ਹਸਪੀਟਲ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਨਹੀਂ ਰੋਕ ਸਕਦਾ। ਤੁਹਾਡੀ ਡੈੱਡ ਬੋਡੀ ਹੈ ਹਸਪੀਟਲ ਦੇ ਵਿੱਚ ਪਈ, ਤੁਹਾਡੇ ਕੋਲ ਪੈਸੇ ਨਹੀਂ ਹੈ ਤਾਂ ਹਸਪਤਾਲ ਤੁਹਾਨੂੰ ਨਹੀਂ ਰੋਕ ਸਕਦਾ। ਕੈਮਰਾਮੈਨ ਗੁਰਵਿੰਦਰ ਦੇ ਨਾਲ ਹਰਜੀਤ ਮਠਾੜੂ, 10 ਅਮਰ ਨਿਊਜ਼, ਚੰਡੀਗੜ੍ਹ।